Good morning, students. Once again, welcome to my YouTube channel. Today, I am discuss about to the sentence, its types. This is the grammar part of the class 6 to 8th. In this, we are discussing about to the basic of to the sentences. I will make this video to give a knowledge about to the sentence, how it is sentence make, and what is the meaning of to the sentence, and talking about with the help of the examples. ਅੱਜ ਇਸ ਸੈਸ਼ਨ ਦੇ ਵਿੱਚ ਅਸੀਂ ਜਿਹੜੇ ਗੱਲ ਕਰਾਂਗੇ ਵੀ ਵਾਕ ਕੀ ਹੁੰਦੇ ਆ, ਉਹਦੇ ਟਾਈਪ ਕਿਸਮਾਂ ਕੀ ਤਰ੍ਹਾਂ ਨੇ, ਤੇ ਕਿਉਂ ਪੜ੍ਹੀਆਂ ਜਾਂਦੀਆਂ ਨੇ, ਤੇ ਇਹਦੀ ਡੈਫੀਨੇਸ਼ਨ ਕੀ ਆ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਫਸਟ ਇਜ਼ ਡੈਫੀਨੇਸ਼ਨ ਆਫ ਸੈਂਟੈਂਸ। ਵੀ ਸੈਂਟੈਂਸ ਦੀ ਡੈਫੀਨੇਸ਼ਨ ਕੀ ਆ? ਅ ਸੈਟ ਆਫ ਵਰਡਸ ਦੈਟ ਇਜ਼ ਟੂ ਦੀ ਕੰਪਲੀਟ ਇਨ ਇਟਸੈਲਫ, ਟਿਪੀਕਲੀ containing a subject and predicates, conveying a sentence, questions, explanations or commands, and existing of to the main clause, sometime one and more subordinate clause। ਸੈਂਟੈਂਸ ਕੀ ਹੁੰਦੇ ਆ? ਉਹ ਚੀਜ਼ਾਂ ਹੁੰਦੀਆਂ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਪੂਰੀਆਂ ਹੋਣ ਤੇ ਵਰਡਸ ਤੋਂ ਮਿਲ ਕੇ ਬਣਦੀਆਂ ਨੇ। ਇਹਦੇ ਵਿੱਚ ਕੀ ਹੁੰਦਾ? ਇੱਕ ਸਬਜੈਕਟ ਹੁੰਦਾ, ਇੱਕ ਪ੍ਰੀਡੀਕੇਟ ਹੁੰਦਾ ਵਾ, ਤੇ ਇਹ ਜਿਹੜਾ ਸੈਂਟੈਂਸ ਹੁੰਦਾ ਇਹ ਕੁਐਸਚਨ ਦੇ ਵਿੱਚ ਵੀ ਹੋ ਸਕਦਾ, ਜਾਂ ਤੁਹਾਨੂੰ ਹੈਰਾਨੀਜਨਕ ਵੀ ਹੋ ਸਕਦਾ, ਕੋਈ ਕਮਾਂਡ ਵੀ ਦੇ ਸਕਦਾ ਵਾ। ਇਹਦੇ ਵਿੱਚ ਇੱਕ ਕਲੌਜ਼ ਹੁੰਦੀ ਆ, ਤੇ ਦੂਜੀਆਂ ਜਿਹੜੀਆਂ ਉਹਦੇ ਨਾਲ ਚੱਲਦੀਆਂ ਹੁੰਦੀਆਂ ਨੇ, ਇੱਕ ਮੇਨ ਕਲੌਜ਼ ਹੁੰਦੀ ਹੈ, ਇੱਕ ਕੀ ਹੁੰਦੀ ਹੈ ਸਬੋਰਡੀਨੇਟ, ਇੱਕ ਜਾਂ ਇੱਕ ਤੋਂ ਵੱਧ ਵੀ ਸਬੋਰਡੀਨੇਟ ਕਲੌਜ਼ ਹੋ ਸਕਦੀਆਂ ਨੇ। ਨੈਕਸਟ ਇਜ਼ ਟਾਈਪਸ ਆਫ ਦੀ ਸੈਂਟੈਂਸਿਸ। The types of sentences are 5 types of the sentences: assertive, interrogative, exclamatory, imperative, operative. Now we are talking about to the assertive sentences. The sentence which declares or asserts the statement, feeling, opinion, incidents, event, history, or anything is called to the assertive sentences. And assertive sentences end with full stop। ਯਾਨੀ ਕਿ ਜਿਹੜੇ ਵੀ assertive sentence ਕੀ ਹੁੰਦੇ ਹਨ, ਉਹ sentence ਹੁੰਦੇ ਆ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਘੋਸ਼ਣਾਵਾਂ ਦਿੰਦੇ ਨੇ। ਠੀਕ ਹੈ ਜੀ। ਉਹਦੇ ਵਿੱਚ ਉਹ ਆਪਣੀਆਂ ਫੀਲਿੰਗਾਂ ਦੱਸ ਸਕਦੇ ਆ, ਆਪਣੇ ਓਪੀਨੀਅਨ ਦੱਸ ਸਕਦੇ, ਯਾਨੀ ਕਿ ਆਪਣੇ ਵਿਚਾਰ ਦੱਸ ਸਕਦੇ ਆ, ਘਟਨਾ ਬਾਰੇ ਦੱਸ ਸਕਦੇ ਆ, ਇਵੈਂਟ ਦੇ ਬਾਰੇ ਦੱਸ ਸਕਦੇ ਆ, ਹਿਸਟਰੀ ਬਾਰੇ ਦੱਸ ਸਕਦੇ ਆ, ਕੁਝ ਵੀ ਦੱਸਦੇ ਆ, ਤਾਂ ਉਹਨਾਂ ਨੂੰ ਅਸੀਂ ਅਸਰਟਿਵ ਸੈਂਟੈਂਸ ਕਹਿੰਦੇ ਆ। ਤਾਂ ਇਹਦੀ ਪਛਾਣ ਕੀ ਹੁੰਦੀ ਆ? ਪਿੱਛੇ ਕੀ ਲੱਗਿਆ ਹੁੰਦਾ? ਉਹਦੇ ਫੁੱਲ ਸਟਾਪ ਲੱਗਾ ਹੁੰਦਾ ਵਾ। ਹੁਣ ਇਹਦੀ ਗੱਲ ਕਰੀਏ ਐਗਜ਼ਾਮਪਲਸ ਦੀ, ਤਾਂ ਇਹਦੀਆਂ ਸਮ ਐਗਜ਼ਾਮਪਲਸ ਕੀਤੇ ਨੇ, ਜਿਵੇਂ ਐਲੈਕਸ ਇਜ਼ ਅ ਗੁੱਡ ਬੇਸਬਾਲ ਪਲੇਅਰ। ਹੁਣ ਜਿਹੜਾ ਬੇਸਬਾਲ, ਐਲੈਕਸ ਜਿਹੜਾ ਬੇਸਬਾਲ ਪਲੇਅਰ ਆ, ਉਹਦੇ ਪਿੱਛੇ ਕੀ ਆ? ਫੁੱਲ ਸਟਾਪ ਆ, ਇੱਕ ਸਬਜੈਕਟ ਆ, ਤੇ ਉਹਦੇ ਵਿੱਚ ਇੱਕ ਹੈਲਪਿੰਗ ਵਰਬਸ ਆ, ਦੈਨ ਆਬਜੈਕਟਸ ਨੇ, ਤੇ ਲਾਸਟ ਦੇ ਵਿੱਚ ਕੀ ਆ? ਫੁੱਲ ਸਟਾਪ। ਜਿਹੜਾ ਫੁੱਲ ਸਟਾਪ ਆ ਇਹ ਕੀ ਆ? ਅਸਰਟਿਵ ਸੈਂਟੈਂਸ ਹੈ, ਕਿਸੇ ਚੀਜ਼ ਦੀ ਬਾਰੇ ਦੱਸ ਰਿਹਾ ਵਾ ਵੀ ਜਿਹੜਾ ਐਲੈਕਸ ਆ ਉਹ ਬੇਸਬਾਲ ਦਾ ਇੱਕ ਗੁੱਡ ਪਲੇਅਰ ਆ। ਨੈਕਸਟ ਹੈਗਾ ਵਾ ਹੀ ਪਲੇਜ਼ ਫॉर ਅ ਰੌਕਰਸ ਕਲੱਬ। ਵੀ ਉਹ ਜਿਹੜਾ ਖੇਡ ਰਿਹਾ ਵਾ ਉਹ ਰੌਕਰਸ ਕਲੱਬ ਦੇ ਲਈ ਖੇਡ ਰਿਹਾ ਹੈ, ਵੀ ਇੱਕ ਜਾਣਕਾਰੀ ਦੇ ਰਹੀ ਆ, ਤਾਂ ਇਸ ਦਾ ਮਤਲਬ ਕਿ ਪਿੱਛੇ ਫੁੱਲ ਸਟਾਪ ਆ, ਤਾਂ ਇਹ ਕਿਹੜਾ ਸੈਂਟੈਂਸ ਆ? ਅਸਰਟਿਵ ਸੈਂਟੈਂਸ ਆ। ਨੈਕਸਟ ਇਜ਼ ਹੀ ਆਲਵੇਜ਼ ਗਿਵ ਹਿਜ਼ ਬੈਸਟ ਐਫਰਟਸ ਇਨ ਦੀ ਟੀਮ। ਵੀ ਉਹ ਆਪਣੀ ਟੀਮ ਦੇ ਵਿੱਚ ਬਹੁਤ ਵਧੀਆ ਐਫਰਟਸ ਲਾਉਂਦਾ ਵਾ, ਆਪਣੇ ਵੱਲੋਂ ਪੂਰਾ ਜ਼ੋਰ ਲਗਾਉਂਦਾ ਵਾ, ਤਾਂ ਇਹ ਵੀ ਉਹਦੇ ਬਾਰੇ ਦੱਸ ਰਿਹਾ ਵੀ ਉਹ ਆਪਣੀ ਟੀਮ ਦੇ ਲਈ ਐਫਰਟਸ ਲਾਉਂਦਾ। ਨੈਕਸਟ ਇਜ਼ ਹੀ ਇਜ਼ ਅ ਗੁੱਡ ਲੀਡਰ। ਉਹ ਇੱਕ ਚੰਗਾ ਲੀਡਰ ਆ। ਨੈਕਸਟ ਇਜ਼ ਆਈ ਲਾਈਕ ਹਿਮ ਫॉर ਹਿਜ਼ ਇੰਟੈਂਸਿਟੀ। ਮੈਂ ਉਹਦੇ ਵਿੱਚ ਜਿਹੜੇ ਵਿਚਾਰ ਨੇ ਜਾਂ ਉਹਦੀਆਂ ਜਿਹੜੀਆਂ ਕੰਮ ਕਰਨ ਦੀ ਸਮਰੱਥਾ ਵਾ, ਮੈਨੂੰ ਉਹ ਬਹੁਤ ਵਧੀਆ ਲੱਗਦੀ ਆ। ਹੀ ਪਲੇਜ਼ ਵਿਦ ਪੈਸ਼ਨ। ਵੀ ਉਹ ਆਪਣੇ ਪੈਸ਼ਨ ਦੇ ਨਾਲ ਖੇਡ ਰਿਹਾ ਵਾ। ਸੋਨੂ ਫੀਲ ਔਕਵਰਡ ਵੈਨ ਸਮਵਨ ਗਿਵਸ ਅ ਕੰਪਲੀਮੈਂਟਸ ਟੂ ਹਿਮ। ਕਹਿੰਦੇ ਸੋਨੂ ਬੜਾ ਅਜੀਬ ਜਿਹਾ ਫੀਲ ਕਰਦਾ ਵਾ ਜਦੋਂ ਕੋਈ ਉਹਨੂੰ ਉਹਦੇ ਲਈ ਡਿਫਰੈਂਟ ਜਿਹਾ ਕੰਪਲੀਮੈਂਟ ਜਾਂ ਕੋਈ ਵੀ ਉਹਨੂੰ ਵਿਚਾਰ ਦੱਸਦਾ ਵਾ। ਨੈਕਸਟ ਹੈਗਾ ਹੀ ਇਜ਼ ਅ ਹੰਬਲ ਮੈਨ। ਜਾਣੀ ਕਿ ਜਿੰਨੇ ਵੀ ਅਸੀਂ ਇਹਦੀਆਂ ਐਗਜ਼ਾਮਪਲਸ ਕੀਤੀਆਂ ਨੇ, ਇਹਨਾਂ ਸਾਰਿਆਂ ਦੇ ਲਾਸਟ ਦੇ ਵਿੱਚ ਸਾਨੂੰ ਕੀ ਮਿਲਿਆ? ਫੁੱਲ ਸਟਾਪ ਮਿਲਿਆ। ਤਾਂ ਅਸਰਟਿਵ ਸੈਂਟੈਂਸਿਸ ਕਿਹੜੇ ਹੁੰਦੇ ਆ? ਉਹ ਸੈਂਟੈਂਸਿਸ ਜਿਹੜੇ ਕਿਸੇ ਦੀ ਫੀਲਿੰਗਸ ਦੱਸਣ, ਇਮੋਸ਼ਨ ਦੱਸਣ, ਹਿਸਟਰੀ ਦੱਸਣ ਜਾਂ ਇੰਸੀਡੈਂਟਸ ਦੱਸਣ, ਤੇ ਲਾਸਟ ਦੇ ਵਿੱਚ ਸਾਨੂੰ ਕੀ ਮਿਲੇ? ਫੁੱਲ ਸਟਾਪ। that is called to the assertive sentences. Now next is interrogative sentences. Interrogative sentences definition is an interrogative sentences ask a questions. Interrogative sentences must end with the note of interrogation.
ਵੀ ਇੰਟੈਰੋਗੇਟਿਵ ਸੈਂਟੈਂਸਿਸ ਕਿਹੜੇ ਹੁੰਦੇ ਆ ਜਿਹੜੇ ਕੋਈ ਨਾ ਕੋਈ ਪ੍ਰਸ਼ਨ ਪੁੱਛਣ, ਇਹ ਜਿਹੜੇ ਵੀ ਹੁੰਦੇ ਆ ਇਹਦੇ ਅਖੀਰ ਦੇ ਵਿੱਚ ਕੀ ਹੁੰਦਾ ਵਾ, ਹਮੇਸ਼ਾ ਕੁਐਸਚਨ ਮਾਰਕ ਲੱਗਦਾ ਹੁੰਦਾ ਵਾ। ਤਾਂ ਜਿਹੜਾ ਆਹ ਵਾਲਾ ਕੁਐਸਚਨ ਮਾਰਕ ਜਿਹੜਾ ਬ੍ਰੈਕਟ ਦੇ ਵਿੱਚ ਮਿਲ ਰਿਹਾ ਵਾ, ਇਹ ਸਿੰਬਲ ਇਜ਼ ਦਾ ਸਿੰਬਲ ਆਫ ਟੂ ਦੀ ਇੰਟੈਰੋਗੇਟਿਵ ਸੈਂਟੈਂਸਿਸ। ਨੈਕਸਟ ਇਹਦੀ ਐਗਜ਼ਾਮਪਲਸ ਕਰਦੇ ਹਾਂ, ਐਗਜ਼ਾਮਪਲਸ ਆਫ ਟੂ ਦੀ ਇੰਟੈਰੋਗੇਟਿਵ ਸੈਂਟੈਂਸਿਸ। ਫਸਟ ਇਜ਼ ਡਿਡ ਦਾ ਸੋਲੀਮੋਨਸ ਡ੍ਰੀਮਸ, ਵੀ ਸੋਲੀਮੋਨਸ ਦਾ ਡ੍ਰੀਮ ਕੀ ਆ, ਇਹ ਸੀਗਾ, ਇਹਦੇ ਪਿੱਛੇ ਕੁਐਸਚਨ ਮਾਰਕ ਸੀਗਾ, ਦੇਖ ਸਕਦੇ ਹੋ ਦੁਬਾਰਾ ਵੀ ਉਹਦੇ ਪਿੱਛੇ ਕੀ ਸੀਗਾ, ਕੁਐਸਚਨ ਮਾਰਕ। ਨੈਕਸਟ ਇਜ਼ ਹਾਊ ਫਾਸਟ ਕੈਨ ਆ ਫਿਸ਼ ਸਵਿਮ, ਵੀ ਜਿਹੜੇ WHO ਫੈਮਿਲੀ ਜਾਂ ਹੂਜ਼ ਇਹੋ ਜਿਹੇ ਵਰਡਸ ਹੁੰਦੇ ਆ ਉਹਦੇ ਪਿੱਛੇ ਹਮੇਸ਼ਾ ਕੁਐਸਚਨ ਮਾਰਕ ਪੈਂਦਾ ਵਾ, ਤਾਂ ਇਹ ਕਿਹੜੇ ਸੈਂਟੈਂਸਿਸ ਹੁੰਦੇ ਆ, ਇੰਟੈਰੋਗੇਟਿਵ ਸੈਂਟੈਂਸਿਸ। ਇਸ ਤੋਂ ਇਲਾਵਾ ਕੁਝ ਇਹੋ ਜਿਹੇ ਸਟੈਂਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੀ ਹੁੰਦੇ ਆ, ਹੈਲਪਿੰਗ ਵਰਬਸ ਅੱਗੇ ਆ ਜਾਂਦੇ ਆ ਤੇ ਲਾਸਟ ਦੇ ਵਿੱਚ ਸਾਨੂੰ ਕੁਐਸਚਨ ਮਾਰਕ ਦੇਖਣ ਨੂੰ ਮਿਲੇ, ਤਾਂ ਉਹ ਵੀ ਕਿਹੜੇ ਹੁੰਦੇ ਆ, ਇੰਟੈਰੋਗੇਟਿਵ ਸੈਂਟੈਂਸਿਸ ਹੁੰਦੇ ਆ। ਲਾਈਕ ਦਿਸ, ਇਜ਼ ਹੀ ਟੇਕਿੰਗ ਐਨੀ ਮੈਡੀਸਨ, that is the example of the interrogative sentence. Next is are you on leave today, ਕੀ ਤੁਸੀਂ ਅੱਜ ਛੁੱਟੀ ਤੇ ਹੋ, ਤਾਂ ਇਹ ਵੀ ਇੱਕ ਕੁਐਸਚਨ ਮਾਰਕ ਆ, ਜਾਣੀ ਕਿ ਉਹਨੇ ਕੁਐਸਚਨ ਪੁੱਛਿਆ। was the train late, ਕੀ ਆ ਟ੍ਰੇਨ ਦੇਰ ਨਾਲ ਆ ਰਹੀ ਆ, ਤਾਂ ਇਹ ਵੀ ਇੱਕ ਤਰ੍ਹਾਂ ਦਾ ਕੁਐਸਚਨ ਆ। ਨੈਕਸਟ ਹੈਗਾ am I strong, ਕੀ ਮੈਂ ਸਟਰੋਂਗ ਹਾਂ ਜਾਂ ਸਖਤ ਹਾਂ। ਨੈਕਸਟ ਹੈਗਾ ਹੁਣ ਕਈ ਅਜਿਹੇ ਸੈਂਟੈਂਸਿਸ ਹੁੰਦੇ ਆ ਜਿਵੇਂ ਕਿ ਜਿਹੜੇ ਟੈਂਸ ਦੇ ਅਕੋਰਡਿੰਗ ਚੱਲੀਏ ਤਾਂ ਇਹ ਕਿਹੜੇ ਟੈਂਸ ਹੁੰਦੇ ਆ, ਸਿੰਪਲ ਸੈਂਟੈਂਸ, ਯਾਨੀ ਕਿ ਸਿੰਪਲ ਟੈਂਸ ਜਿਹੜੇ ਯੂਜ਼ ਹੁੰਦੇ ਆ ਤਾਂ ਉਹਨਾਂ ਵਿੱਚ ਡੂ ਜਾਂ ਡਸ ਲੱਗ ਜਾਂਦਾ ਜੇਕਰ ਅਸੀਂ ਇੰਟੈਰੋਗੇਟਿਵ ਸੈਂਟੈਂਸਿਸ ਬਣਾਉਣੇ ਆ। ਜਿਵੇਂ ਡੂ ਯੂਅਰ ਫਾਦਰਸ ਲਾਈਕ ਯੂ, ਕੀ ਤੁਹਾਡੇ ਪਿਤਾ ਜੀ ਤੁਹਾਨੂੰ ਚਾਹੁੰਦੇ ਆ ਜਾਂ ਪਸੰਦ ਕਰਦੇ ਆ। ਡਿਡ ਹੀ ਨਾਟ ਵੇਸਟ ਹਿਸ ਟਾਈਮ, ਕੀ ਉਸਨੇ ਆਪਣਾ ਸਮਾਂ ਨਹੀਂ ਖਰਾਬ ਕੀਤਾ ਸੀ। ਨੈਕਸਟ ਹੈਗਾ ਡੂ ਬਰਡਸ ਬਿਲਡ ਨੈਸਟ, ਕੀ ਉਹ ਪੰਛੀਆਂ ਨੇ ਆਪਣਾ ਘਰ ਬਣਾ ਲਿਆ ਜਾਂ ਆਲਣਾ ਬਣਾ ਲਿਆ। ਇਹ ਸੀਗਾ ਇੰਟੈਰੋਗੇਟਿਵ ਸੈਂਟੈਂਸਿਸ ਜਿਹਦੇ ਬਾਰੇ ਅਸੀਂ ਹੁਣ ਗੱਲ ਕੀਤੀ ਸੀਗੀ, ਜਿਹਦੀਆਂ ਐਗਜ਼ਾਮਪਲਸ ਪੜ੍ਹੀਆਂ ਨੇ। ਆਈ ਹੋਪ ਤੁਹਾਨੂੰ ਵੀ ਪਤਾ ਲੱਗ ਗਿਆ ਹੋਵੇਗਾ। ਨੈਕਸਟ ਅਸੀਂ ਗੱਲ ਕਰਦੇ ਹਾਂ, ਨੈਕਸਟ ਸਾਡਾ ਹੈਗਾ ਇੰਪੈਰੇਟਿਵ ਸੈਂਟੈਂਸਿਸ। ਹੁਣ ਇੰਪੈਰੇਟਿਵ ਸੈਂਟੈਂਸ ਦੀ ਡੈਫੀਨੇਸ਼ਨ ਹੈਗੀ ਆ, we use to the imperative sentences to make to their request or give a command. Imperative sentences usually end with the period but end of the certain circumstances. It is end the note of explanation, ਯਾਨੀ ਕਿ ਇੰਪੈਰੇਟਿਵ ਸੈਂਟੈਂਸਿਸ ਉਹ ਸੈਂਟੈਂਸਿਸ ਹੁੰਦੇ ਆ ਜਿਹੜੇ ਕਿ ਕੋਈ ਰਿਕੁਐਸਟ ਜਾਂ ਕਮਾਂਡ ਜਾਂ ਕੋਈ ਆਰਡਰ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਚੱਲਦੇ ਆ, ਜ਼ਿਆਦਾਤਰ ਫੁੱਲ ਸਟਾਪ ਦੇ ਨਾਲ ਖਤਮ ਹੋ ਜਾਂਦੇ ਆ, ਬਟ ਕੁਝ ਕੁ ਅਜਿਹੇ ਸਰਕਮਸਟਾਂਸ ਹੁੰਦੇ ਆ ਵੀ ਜਿਨ੍ਹਾਂ ਦੇ ਵਿੱਚ ਸਾਈਨ ਆਫ ਐਕਸਪਲੈਨੇਟਰੀ ਵੀ ਲੱਗ ਜਾਂਦਾ ਵਾ। ਗੱਲ ਕਰੀਏ ਹੁਣ ਇਹਦੀ ਐਗਜ਼ਾਮਪਲਸ ਦੀ। ਫਸਟ ਐਗਜ਼ਾਮਪਲਸ ਆਫ ਦੀ ਆ ਆਲਵੇਜ਼ ਕੀਪ ਯੂਅਰ ਵਰਡਸ ਰੀਟਾ, ਵੀ ਤੁਸੀਂ ਆਪਣੇ ਜਿਹੜੇ ਸ਼ਬਦ ਆ ਉਹ ਧਿਆਨ ਨਾਲ ਸੁਣੋ। ਤਾਂ ਇਹਦੇ ਵਿੱਚ ਕੀ ਆ, ਫੁੱਲ ਸਟਾਪ ਆ, ਜਾਣੀ ਕਿ ਉਹਨੇ ਇੱਕ ਉਹਨੂੰ ਆਰਡਰ ਦਿੱਤਾ, ਪਲੀਜ਼ ਟੈਲ ਅਸ ਅ ਸਟੋਰੀ, ਕੀ ਆ ਤੁਸੀਂ ਮੈਨੂੰ ਕਹਾਣੀ ਸੁਣਾ ਸਕਦੇ ਹੋ। ਇਹ ਕੀ ਆ, ਇੱਕ ਤਰ੍ਹਾਂ ਦੀ ਉਹਨੇ ਰਿਕੁਐਸਟ ਕੀਤੀ ਆ। ਕਮ ਹੇਅਰ ਨਵੀਨ, ਇਹ ਉਹਨੇ ਕਮਾਂਡ ਦਿੱਤੀ ਆ ਜਾਂ ਤੁਸੀਂ ਕਹਿ ਦਿਓ ਵੀ ਉਹਨੇ ਆਰਡਰ ਦਿੱਤਾ ਵੀ ਆ ਜਾਓ ਮੇਰੇ ਕੋਲ। ਨੈਕਸਟ ਹੈਗਾ ਪਲੀਜ਼ ਸਿਟ ਡਾਊਨ, ਬੈਠ ਜਾਓ, ਤਾਂ ਇਹ ਵੀ ਇੱਕ ਤਰ੍ਹਾਂ ਦਾ ਰਿਕੁਐਸਟ ਆ। ਬ੍ਰਿੰਗ ਮੀ ਅ ਗਲਾਸ ਆਫ ਵਾਟਰ, ਇਹ ਕੀ ਆ, ਇੱਕ ਤਰ੍ਹਾਂ ਦੀ ਰਿਕੁਐਸਟ ਵੀ ਹੋ ਸਕਦੀ ਹੈ, ਕਮਾਂਡ ਵੀ ਹੋ ਸਕਦੀ ਆ। ਡੂ ਨਾਟ ਐਵਰ ਟੱਚ ਮਾਈ ਫੋਨ, ਇਹ ਕੀ ਹੈ, ਇੱਕ ਤਰ੍ਹਾਂ ਦਾ ਕਮਾਂਡ ਆ ਵੀ ਤੁਸੀਂ ਮੇਰੇ ਫੋਨ ਨੂੰ ਹੱਥ ਨਹੀਂ ਲਗਾਉਣਾ। ਗਿਵ ਮੀ ਅ ਪੈਨ ਐਂਡ ਪੈਨਸਲ, ਕੀ ਤੁਸੀਂ ਮੇਰਾ ਪੈਨ ਅਤੇ ਪੈਨਸਲ ਦੇ ਸਕਦੇ ਹੋ, ਤਾਂ ਇਹ ਕੀ ਆ, ਇੱਕ ਤਰ੍ਹਾਂ ਦੀ ਸਾਡੀ ਰਿਕੁਐਸਟ ਆ। ਨੈਕਸਟ ਇਜ਼ ਪਲੇ ਵਿਦ ਇੰਟੈਂਸਿਟੀ ਐਂਡ ਕਰੇਜ, ਵੀ ਜੇ ਤੁਸੀਂ ਖੇਡ ਰਹੇ ਹੋ ਤਾਂ ਆਪਣੇ ਹੌਸਲਾ ਅਫਜ਼ਾਈ ਅਤੇ ਦੂਸਰਿਆਂ ਦੇ ਲਈ ਖੇਡੋ, ਤਾਂ ਇਹ ਵੀ ਕੀ ਹੈ, ਇੱਕ ਤਰ੍ਹਾਂ ਦੀ ਉਹਨੂੰ ਸੁਜੈਸਟ ਕੀਤਾ। ਤਾਂ ਸੁਜੈਸ਼ਨ, ਕਮਾਂਡ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ। ਰਿਮੈਂਬਰ ਮੀ ਵੈਨ ਵੀ ਆਰ ਪਾਰਟਡ, ਹੁਣ ਇੱਥੇ ਵੈਨ ਆਇਆ ਤਾਂ ਇਸ ਦਾ ਮਤਲਬ ਇਹ ਨਹੀਂ ਹੈਗਾ ਵੀ ਪਿੱਛੇ ਕੁਐਸਚਨ ਮਾਰਕ ਲੱਗਿਆ ਹੋਊ ਤਾਂ ਸਿੱਧਾ ਹੀ ਇੰਟੈਰੋਗੇਟਿਵ ਲਗਾ ਦੇਣਾ, ਇੱਦਾਂ ਨਹੀਂ ਹੁੰਦਾ। ਇਹਦੇ ਵਿੱਚ ਤੁਸੀਂ ਯਾਦ ਰੱਖਣਾ ਵੀ ਇਹਦੇ ਵਿੱਚ ਜੇਕਰ ਉਹ ਤੁਹਾਨੂੰ ਕਮਾਂਡ, ਰਿਕੁਐਸਟ, ਆਰਡਰ ਇਹ ਜਿਹੀਆਂ ਚੀਜ਼ਾਂ ਚੱਲਦੀਆਂ ਨੇ ਤਾਂ ਉਹ ਸਾਰੇ ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਆਉਂਦੇ ਆ, ਬਟ ਇਹਦੇ ਵਿੱਚ ਕੰਡੀਸ਼ਨ ਕੀ ਆ, ਪਿੱਛੇ ਫੁੱਲ ਸਟਾਪ ਹੁੰਦਾ ਵਾ। ਐਕਸੈਪਸ਼ਨਲ ਕੇਸਿਸ ਨੇ, ਜਿਹੜਾ ਕਿ ਅਸੀਂ ਨੈਕਸਟ ਪਾਰਟ ਜਿਹੜਾ ਵੀਡੀਓ ਬਣਾਵਾਂਗਾ ਉਹਦੇ ਵਿੱਚ ਗੱਲ ਕਰਾਂਗੇ ਵੀ ਕਿਹੜੇ ਐਕਸੈਪਸ਼ਨਲ ਕੇਸਿਸ ਹੁੰਦੇ ਆ ਜਿਹਦੇ ਵਿੱਚ ਕੀ ਆ, ਸਾਈਨ ਆਫ ਐਕਸਪਲੈਨੇਟਰੀ ਲੱਗ ਜਾਂਦਾ ਹੁੰਦਾ ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ। ਨੈਵਰ ਫੋਰਗੇਟ ਦੀ ਪਰਸਨਸ ਹੂ ਲਵਸ ਯੂ, ਕਹਿੰਦੇ ਕਦੇ ਵੀ ਤੁਸੀਂ ਉਹ ਬੰਦੇ ਨੂੰ ਨਾ ਭੁੱਲੋ ਜਿਹੜਾ ਤੁਹਾਨੂੰ ਪਿਆਰ ਕਰਦਾ ਵਾ, ਤਾਂ ਇਹ ਕੀ ਆ, ਇੱਕ ਤਰ੍ਹਾਂ ਦੀ ਨਸੀਹਤ ਆ, ਯਾਨੀ ਕਿ ਉਹ ਤੁਹਾਨੂੰ ਸੁਜੈਸ਼ਨ ਦੇ ਰਿਹਾ। ਨੈਕਸਟ ਹੈਗਾ ਟੇਕ ਅ ਸਟੈਪ ਐਂਡ ਡੂ ਨਾਟ ਮੂਵ, ਕਹਿੰਦੇ ਵੀ ਇੱਕ ਸਟੈਪ ਚੱਕੋ ਤੇ ਪਰ ਮੂਵ ਨਾ ਕਰੋ। ਇਹਦਾ ਮਤਲਬ ਕੀ ਆ ਵੀ ਉਹ ਆਰਡਰ ਵੀ ਦੇ ਸਕਦਾ, ਰਿਕੁਐਸਟ ਵੀ ਕਰ ਸਕਦਾ। ਡੂ ਨਾਟ ਐਕਸਾਈਟਡ ਅਬਾਊਟ ਐਵਰੀਥਿੰਗ ਵਿਦਆਊਟ ਰੀਜ਼ਨ, ਵੀ ਜੇ ਕਿਸੇ ਚੀਜ਼ ਦੇ ਉੱਤੇ ਜ਼ਿਆਦਾ ਮਜ਼ਾ ਨਾ ਕਰੋ ਜਿਹਦਾ ਤੁਹਾਨੂੰ ਕੋਈ ਕਾਰਨ ਹੀ ਨਹੀਂ ਪਤਾ ਹੈਗਾ, ਤਾਂ ਇਹ ਕੀ ਹੈ, ਇੱਕ ਤਰ੍ਹਾਂ ਦਾ ਸੁਜੈਸ਼ਨ ਆ। ਇਹ ਸੀਗਾ ਇੰਪੈਰੇਟਿਵ ਸੈਂਟੈਂਸਿਸ। ਨੈਕਸਟ ਹੁਣ ਅਸੀਂ ਚੱਲਦੇ ਹਾਂ, ਨੈਕਸਟ ਸੈਂਟੈਂਸਿਸ ਹੈਗਾ ਸਾਡਾ ਐਕਸਪਲਾਨੇਟਰੀ ਸੈਂਟੈਂਸਿਸ।
ਐਕਸਪਲੇਨੇਟਰੀ ਸੈਂਟੈਂਸਿਸ ਜਿਹੜੇ ਕਿ ਓਵਰਫਲੋ ਆਫ ਦੀ ਇਮੋਸ਼ਨ, ਇਹ ਸਾਡੇ ਇਮੋਸ਼ਨਸ ਨੂੰ ਦਰਸਾਉਂਦੀਆਂ ਨੇ ਵੀ ਜਿਹੜੇ ਸਾਡਾ ਕੀ ਹੁੰਦਾ ਵਾ ਜਦੋਂ ਅਸੀਂ ਕੋਈ ਚੀਜ਼ ਅਚਾਨਕ ਹੀ ਦੇਖਦੇ ਹਾਂ ਤਾਂ ਉਹ ਸਾਡੀਆਂ ਫੀਲਿੰਗਸ ਦੇ ਬਾਰੇ ਇਹ ਦੱਸਦਾ ਵਾ। ਥੀਸ ਇਮੋਸ਼ਨਸ ਕੈਨ ਬੀ ਅ ਹੈਪੀਨੈਸ, ਵੰਡਰ, ਸੋਰੋ, ਐਂਗਰੀ, ਵੀ ਇਹ ਸਾਡੀ ਖੁਸ਼ੀ ਨੂੰ ਦਰਸਾ ਸਕਦਾ ਜਾਂ ਅਜੀਬ ਜਿਹਾ ਦਰਸਾ ਸਕਦਾ, ਦੁੱਖ ਨੂੰ ਦਰਸਾ ਸਕਦਾ ਜਾਂ ਗੁੱਸੇ ਨੂੰ ਦਰਸਾ ਸਕਦਾ। ਤਾਂ ਉਹ ਸਾਰੇ ਕੀ ਆਉਂਦੇ ਆ, ਐਕਸਕਲੇਮੇਟਰੀ ਸੈਂਟੈਂਸਿਸ ਦੇ ਵਿੱਚ ਆਉਂਦੇ ਆ। ਚਲੋ ਹੁਣ ਅਸੀਂ ਇਹਦੇ ਗੱਲ ਕਰੀਏ ਇਹਦੇ ਜਿਹੜੇ ਐਗਜ਼ਾਮਪਲਸ ਨੇ। ਫਸਟ ਐਗਜ਼ਾਮਪਲ ਇਜ਼ ਵਟ ਅ ਡੇ ਇਟ ਵਾਜ਼, ਯਾਨੀ ਕਿ ਕੀ ਆ ਉਹਨੇ ਦੱਸਿਆ ਵਟ ਇਜ਼ ਅ ਡੇ ਇਟ ਵਾਜ਼, ਤਾਂ ਉਹ ਵੀ ਇੱਕ ਤਰ੍ਹਾਂ ਦਾ ਉਹ ਕੀ ਹੋਇਆ, ਉਹਨੂੰ ਹੈਰਾਨੀ ਜੀ ਲੱਗੀ, ਤਾਂ ਕਰਕੇ ਉਹਨੇ ਸਾਈਨ ਆਫ ਐਕਸਪਲੇਨੇਟਰੀ ਲਗਾ ਦਿੱਤਾ। ਇਹ ਯਾਦ ਰੱਖਣਾ ਵੀ ਸਾਈਨ ਆਫ ਐਕਸਪਲੇਨੇਟਰੀ ਲਾਸਟ ਦੇ ਵਿੱਚ ਵੀ ਲੱਗ ਜਾਂਦਾ ਤੇ ਅੱਗੇ ਵੀ ਲੱਗ ਜਾਂਦਾ। ਅੱਗੇ ਦੇ ਥੋੜ੍ਹੇ ਜਿਹੇ ਵਰਡਸ ਹੁੰਦੇ ਆ ਜਿਵੇਂ ਹਰੀ, ਅਲਾਸ, ਬੁర్ਰਾ, ਤਾਂ ਇਹ ਸਾਰੀਆਂ ਚੀਜ਼ਾਂ ਦੇ ਅੱਗੇ ਲੱਗ ਜਾਂਦਾ ਹੁੰਦਾ। ਬਟ ਜੇਕਰ ਉਹ ਸਿੰਪਲ ਸੈਂਟੈਂਸ ਆ ਤੇ ਸਾਨੂੰ ਕੀ ਆ ਕੋਈ ਹੈਰਾਨੀ ਮਹਿਸੂਸ ਹੋ ਰਹੀ ਆ ਤਾਂ ਅਸੀਂ ਕੀ ਆ ਉਹਨੂੰ ਪਿੱਛੇ ਲਗਾ ਲੈਂਦੇ ਹਾਂ ਸਾਈਨ ਆਫ ਐਕਸਪਲੇਨੇਟਰੀ, ਜਿਹੜੇ ਕਿ ਐਗਜ਼ਾਮਪਲ ਪਹਿਲੀਆਂ ਦੋ ਨੇ। ਜਿਵੇਂ ਆਈ ਕੈਨ ਬਲੀਵ ਹੀ ਵੁੱਡ ਡੂ ਦੈਟ, ਵੀ ਮੈਨੂੰ ਇਹ 'ਤੇ ਵਿਸ਼ਵਾਸ ਨਹੀਂ ਹੈਗਾ ਵੀ ਉਹ ਇਹ ਚੀਜ਼ ਕਰ ਸਕਦਾ ਵਾ, ਯਾਨੀ ਕਿ ਇਸ ਦਾ ਮਤਲਬ ਕੀ ਆ ਉਹਦੀ ਆਪਣੀ ਫੀਲਿੰਗ ਦੱਸ ਰਿਹਾ ਵਾ, ਤਾਂ ਇਸ ਦਾ ਮਤਲਬ ਕੀ ਆ ਸਾਈਨ ਆਫ ਐਕਸਪਲੇਨੇਟਰੀ ਆਏਗਾ। ਹੇ ਡੂ ਨਾਟ ਟੱਚ ਮਾਈ ਫੋਨ, ਤਾਂ ਇਸ ਦਾ ਮਤਲਬ ਕੀ ਆ ਹੇ ਤੋਂ ਬਾਅਦ ਉਹਨੇ ਇੱਕ ਗੱਲ ਕਹੀ ਆ, ਯਾਨੀ ਕਿ ਉਹ ਆਪਣੀ ਫੀਲਿੰਗ ਦੱਸ ਰਿਹਾ ਵਾ, ਤਾਂ ਉੱਥੇ ਕੀ ਆ ਸਾਈਨ ਆਫ ਐਕਸਪਲੇਨੇਟਰੀ ਆਏਗਾ। ਇੰਪੈਰੇਟਿਵ ਸੈਂਟੈਂਸਿਸ ਦੇ ਇਹਦੇ ਵਿੱਚ ਕੀ ਫਰਕ ਹੈ, ਇੰਪੈਰੇਟਿਵ ਸੈਂਟੈਂਸਿਸ ਦੇ ਵਿੱਚ ਉਹ ਆਰਡਰ, ਸੁਜੈਸ਼ਨ ਜਾਂ ਐਡਵਾਈਸ ਇਹ ਚੀਜ਼ਾਂ ਦੇ ਰਿਹਾ, ਬਟ ਇਹਦੇ ਵਿੱਚ ਕੀ ਹੁੰਦਾ ਵਾ ਉਹ ਆਪਣੇ ਫੀਲਿੰਗ ਦੱਸ ਰਿਹਾ। ਅਲਾਸ, ਆਈ ਕੁਡ ਨਾਟ ਬੀ ਐਟ ਦਾ ਫਨਰਲ, ਵੀ ਮੈਨੂੰ ਇਹਦਾ ਦੁੱਖ ਆ ਵੀ ਇਹ ਚੀਜ਼ਾਂ ਹੋ ਗਈਆਂ। ਨੈਕਸਟ ਹੈਗਾ ਹਰੀਜ਼, ਮਾਈ ਫਾਦਰ ਇਜ਼ ਆ ਸਲੀਪਿੰਗ, ਮੇਰੇ ਪਿਤਾ ਜੀ ਕੀ ਨੇ ਸੋ ਰਹੇ ਨੇ। ਨੈਕਸਟ ਹੈਗਾ ਵਟ ਇਜ਼ ਦੀ ਅ ਬੋਰਿੰਗ ਡੇ, ਇਹ ਵੀ ਇੱਕ ਤਰ੍ਹਾਂ ਦੀ ਉਹਦੀ ਫੀਲਿੰਗਸ ਆ। ਹਾਊ ਇਜ਼ ਡਿਸਕਸਟਿੰਗ ਇਟ ਬਿਕੇਮਸ ਵੈਨ ਹੀ ਓਪਨਸ ਹਿਜ਼ ਮਾਊਥ। ਨੈਕਸਟ ਹੈਗਾ ਵਟ ਆ ਨਾਈਸ ਕਾਰ ਯੂ ਹੈਵ। ਦੈਟਸ, ਇਹ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਨੇ, ਹੁਣ ਮੈਂ ਇਹ ਸਾਰੀਆਂ ਐਗਜ਼ਾਮਪਲਸ ਤੁਸੀਂ ਆਪ ਹੀ ਦੇਖ ਸਕਦੇ ਹੋ। ਤਾਂ ਇਹ ਸਾਰੀਆਂ ਐਗਜ਼ਾਮਪਲਸ ਕੀ ਨੇ, ਇਹ ਸਾਰੀਆਂ ਆਪਣੀਆਂ ਐਕਸਪ੍ਰੈਸ਼ਨਸ ਜਾਂ ਫੀਲਿੰਗਸ ਨੂੰ ਦੱਸ ਰਹੀਆਂ ਨੇ, ਤਾਂ ਇਸ ਕਰਕੇ ਇਹਨਾਂ ਦੇ ਮੂਹਰੇ ਤੇ ਲਾਸਟ ਦੇ ਵਿੱਚ ਕੀ ਆ ਸਾਈਨ ਆਫ ਇੰਟਰੋਗੇਟਿਵ ਲਗਾਇਆ ਗਿਆ ਵਾ। ਆਈ ਹੋਪ ਤੁਹਾਨੂੰ ਇਹਦੇ ਸਾਰਾ ਕੁਝ ਸਮਝ ਆ ਗਿਆ ਹੋਵੇਗਾ। ਨੈਕਸਟ ਅਸੀਂ ਇਹਦੀ ਗੱਲ ਕਰੀਏ। ਨੈਕਸਟ ਆ ਗਿਆ ਓਮੇਟਿਵ ਸੈਂਟੈਂਸਿਸ। ਓਮੇਟਿਵ ਸੈਂਟੈਂਸਿਸ ਕਿਹੜੇ ਹੁੰਦੇ ਆ, ਦੀਆਂ ਸੈਂਟੈਂਸ which express to the prayer, keen wishes, curse etc is called to the ometive sentence। ਉਹ ਸੈਂਟੈਂਸ ਜਿਹਦੇ ਵਿੱਚ ਅਸੀਂ ਕੀ ਆ ਦੁਆਵਾਂ ਦਿੰਦੇ ਆ ਜਾਂ ਪ੍ਰਾਰਥਨਾ ਕਰਦੇ ਆ ਜਾਂ ਵਿਸ਼ ਕਰਦੇ ਆ ਜਾਂ ਕਿਸੇ ਨੂੰ ਸ਼ਰਾਪ ਦਿੰਦੇ ਆ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਓਮੇਟਿਵ ਸੈਂਟੈਂਸਿਸ ਦੇ ਵਿੱਚ ਆਉਂਦੇ ਆ। ਸੈਂਟੈਂਸ ਜ਼ਿਆਦਾਤਰ ਮੇ ਤੇ ਵਿਸ਼ ਤੋਂ ਸਟਾਰਟ ਹੁੰਦੇ ਆ, ਯਾਦ ਰੱਖਣਾ ਵਾ ਮੇ ਤੇ ਮਿਸ ਤੋਂ ਸਟਾਰਟ ਹੁੰਦੇ ਆ। ਮੇ ਦਾ ਮਤਲਬ ਕੀ ਹੁੰਦਾ ਵਾ, ਰਿਮੇਨਸ ਹਿਡਨ, ਵੀ ਕੋਈ ਚੀਜ਼ਾਂ ਛੁਪੀਆਂ ਹੋਈਆਂ। ਨੈਕਸਟ ਅਸੀਂ ਇਹਦੀ ਗੱਲ ਕਰਦੇ ਹਾਂ ਜਿਹੜੀਆਂ ਐਗਜ਼ਾਮਪਲਸ ਨੇ। Example of ometive sentences. The first is may the king is to the Waterloso live long, ਵੀ ਜਿਹੜਾ ਸਾਡਾ ਕਿੰਗ ਆ ਉਹ ਕੀ ਆ ਲੰਬੀ ਉਮਰ ਤੱਕ ਜੀਵੇ, ਇੱਕ ਤਰ੍ਹਾਂ ਦੀ ਪ੍ਰਾਰਥਨਾ ਵਾ। long lives to the king of to the Blistro, ਇਹ ਕੀ ਆ ਫੁੱਲ ਸਟਾਪ ਵਾਲਾ ਆ ਗਿਆ। ਇਹਦੇ ਵਿੱਚ ਹੁਣ ਮੇ ਨਹੀਂ ਲੱਗਿਆ ਹੈਗਾ ਤਾਂ ਕਰਕੇ ਇੱਥੇ ਫੁੱਲ ਸਟਾਪ ਆ ਗਿਆ, ਤਾਂ ਉਹਦੇ ਵਿੱਚ ਕੀ ਆ ਸਾਈਨ ਆਫ ਇੰਟਰੋਗੇਟਿਵ ਆ ਜਾਂਦਾ ਹੁੰਦਾ ਵਾ। ਨੈਕਸਟ ਹੈਗਾ may you to live long enough to see your grandchild, ਵੀ ਜੇਕਰ ਤਾਂ ਮੇ ਜਾਂ ਮਾਈਟ ਦੇ ਵਿੱਚ ਕੁਝ ਵੀ ਆ ਗਿਆ ਤਾਂ ਇਸ ਦਾ ਮਤਲਬ ਕੀ ਹੈ ਸਾਈਨ ਆਫ ਐਕਸਪਲੇਨੇਟਰੀ ਲੱਗੇਗਾ, ਤੇ ਜੇਕਰ ਨਹੀਂ ਆਇਆ ਤਾਂ ਉਹਦੇ ਪਿੱਛੇ ਫੁੱਲ ਸਟਾਪ ਲੱਗੇਗਾ। may god bless you all, ਤਾਂ ਇੱਥੇ ਕੀ ਆਇਆ ਫੁੱਲ ਸਟਾਪ। may you becomes successful enough to buy the love। ਨੈਕਸਟ ਹੈਗਾ may is a mightily helps to its traders tragedy। ਨੈਕਸਟ ਹੈਗਾ wish you a very successful married life। ਤਾਂ ਇਹ ਸੀਗਾ ਓਮੇਟਿਵ ਸੈਂਟੈਂਸਿਸ। ਆ ਸਮ ਪ੍ਰੈਕਟਿਸ ਵਰਕ ਦਿੱਤੇ ਨੇ ਜਿਹਦੇ ਵਿੱਚ ਤੁਸੀਂ ਸੈਂਟੈਂਸ ਦੱਸਣਾ ਵਾ ਵੀ ਇਹ ਸੈਂਟੈਂਸ ਕਿਹੜਾ ਟਾਈਪ ਆ। ਜਿਵੇਂ ਕਿ ਮੈਂ ਫਸਟ ਐਕਸਪਲੇਨ ਕੀਤਾ ਆ ਵਟ ਦੀ ਅ ਕੰਟਰੀ ਇਟ ਇਜ਼, ਜਿਹੜੀ ਮੈਂ ਫਸਟ ਐਕਸਪਲੇਨ ਕੀਤਾ ਉਹ ਦੇਖ ਲਓ। ਵਟ ਇਜ਼ ਕੰਟਰੀ ਇਟ ਇਜ਼, ਸਾਈਨ ਆਫ ਐਕਸਪਲੇਨੇਟਰੀ ਲਗਾਇਆ, ਤਾਂ ਇਸ ਦਾ ਮਤਲਬ ਕੀ ਹੈ ਸਾਈਨ ਆਫ ਐਕਸਪਲੇਨੇਟਰੀ ਆ, ਵੀ ਜਾਣੀ ਕਿ ਉਹ ਹੈਰਾਨੀ ਜਤਾ ਰਿਹਾ ਇਸ ਚੀਜ਼ ਦੇ ਲਈ। ਤਾਂ ਇਹ ਵਾਲਾ ਪਹਿਲਾ ਜਿਹੜਾ ਵਾ ਉਹ ਮੈਂ ਸੋਲਵ ਕੀਤਾ ਵਾ। ਬਾਕੀ ਜਿਹੜੇ ਬੱਚੇ ਹੋਏ ਨੇ ਉਹ ਤੁਸੀਂ ਸੋਲਵ ਕਰਕੇ ਮੇਰੇ ਕਮੈਂਟ ਬਾਕਸ ਦੇ ਵਿੱਚ ਇਹਨਾਂ ਦੇ ਆਨਸਰਸ ਪਾਉਣੇ ਆ, ਤੇ ਇਹਨਾਂ ਨੂੰ ਬੜੇ ਧਿਆਨ ਨਾਲ ਤੇ ਜਿਹੜੇ ਰੂਲ ਦੱਸੇ ਨੇ ਤੁਸੀਂ ਉਹਨਾਂ ਨੂੰ ਲਰਨ ਕਰਨੇ ਆ, ਠੀਕ ਹੈ ਜੀ। ਤੇ ਜਿਹੜਾ ਕਾਪੀਜ਼ ਉੱਤੇ ਰਾਈਟ ਕਰਨਾ ਵਾ ਉਹ ਮੈਂ ਤੁਹਾਨੂੰ ਦੱਸ ਰਿਹਾ ਵਾ ਵੀ ਜਿਹੜਾ ਸਟਾਰਟਿੰਗ ਦੇ ਵਿੱਚ ਅਸੀਂ ਸੈਂਟੈਂਸਿਸ ਦੀ ਡੈਫੀਨੇਸ਼ਨਸ ਕੀਤੀਆਂ ਨੇ ਤੇ ਉਹਦੀਆਂ ਟਾਈਪਸ ਲਿਖੀਆਂ ਨੇ, ਬਸ ਜਸਟ ਉਹ ਲਿਖ ਸਕਦੇ ਹੋ। ਤਾਂ ਤੁਸੀਂ ਹਰੇਕ ਸੈਂਟੈਂਸਿਸ ਦੀ ਜਿਹੜੇ ਡੈਫੀਨੇਸ਼ਨਸ ਨੇ ਉਹ ਵੀ ਲਿਖ ਸਕਦੇ ਹੋ, 2-3 ਐਗਜ਼ਾਮਪਲਸ ਵੀ ਲਿਖ ਸਕਦੇ ਹੋ। ਤੇ ਲਾਸਟ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪ੍ਰੈਕਟਿਸ ਟੈਸਟ ਦਿੱਤਾ ਤੁਸੀਂ ਇਹਨਾਂ ਨੂੰ ਸੋਲਵ ਕਰਕੇ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪਾਓ ਤਾਂ ਜੋ ਤੁਹਾਨੂੰ ਸਮਝ ਆ ਸਕੇ। ਨੈਕਸਟ ਇਹਦਾ ਪਾਰਟ ਦੇ ਵੀਡੀਓ ਦੇ ਵਿੱਚ
ਅਸੀਂ ਗੱਲ ਕਰਾਂਗੇ ਵੀ ਕਿਸ ਤਰੀਕੇ ਨਾਲ ਨੈਗੇਟਿਵ ਤੇ ਪੋਜ਼ਿਟਿਵ ਸੈਂਟੈਂਸ ਹੁੰਦੇ ਆ, ਕਿਸ ਤਰੀਕੇ ਨਾਲ ਚੇਂਜ ਹੁੰਦੇ ਆ, ਇਹ ਸਾਰਿਆਂ ਦੀ ਗੱਲਾਂ ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਆਈ ਹੋਪ ਜਿਹੜਾ ਤੁਹਾਨੂੰ ਮੇਰੀ ਵੀਡੀਓ ਆ ਪਸੰਦ ਆਈ ਹੋਵੇਗੀ। ਸਬਸਕ੍ਰਾਈਬ ਮਾਈ ਚੈਨਲ, just do it for a bright future, and give your valuable comment in my comment box. So thanks for watching for my session, and which person has been come first time on my YouTube channel, so subscribe my channel. Thanks a lot watching for my session.